सुनना है, अज असीं कलाम दे विचों की सीखना है, अज दे दिन की महत्वता नूं सुनना है, अज दे दिन की महत्वता नूं जानना है, असीं क्यों इकट्ठे होए हैं और अज दे दिन नूं असीं क्यों मना रहे हैं, क्यों सैलीब्रेट करते पे हैं। असीं बाइबल दे विचों सीखना। हालेलुया, सारे आनंदित हैं? मैं कलीसिया दे नाल गल करना, सारे आनंदित हैं? मैं फिर पूछदा, सारे आनंदित हैं? पवित्र बाइबल कहता सदा ही आनंदित रहो, कदी कदी नहीं, सदा ही आनंदित रहो, चाहे दिन होवे ते चाहे रात होवे, चाहे महीने की पहली तरीक होवे ते चाहे आखिरी होवे। हालेलुया। संत पौल कहते हैं मैं आखदा हां सदा, मैं फिर कहता हां कहते सदा आनंदित। हालेलुया, हालेलुया। पढ़ते हैं बाइबल दे विचों संत मत्ती दी अंजील ओदा 1 नंबर अध्याय ओदा 18 नंबर पंक्ति नूं पढ़िए जरा मेरे नाल। हाँ जी। यीशु मसीह दा जन्म इउं होया, यीशु मसीह दा जन्म इउं होया कि जां ओदी माता मरियम दी यूसुफ नाल कुड़माई होई सी, जां ओदी माता मरियम दी यूसुफ दे नाल अंगेजमेंट होई सीगी, ਤਾਂ ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਤਾਂ ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਉਹ ਪਵਿੱਤਰ ਆਤਮਾ ਤੋਂ ਗਰਭਵਤੀ ਪਾਈ ਗਈ। ਬਾਈਬਲ ਕਹਿੰਦਾ ਉਹ ਪਵਿੱਤਰ ਆਤਮਾ ਤੋਂ ਗਰਭਵਤੀ ਪਾਈ ਗਈ, ਹਲੇ ਸਿਰਫ ਇੰਗੇਜਮੈਂਟ ਹੋਈ ਸੀਗੀ। ਹਾਂਜੀ, ਤਦ ਉਹਦੀ ਪਤੀ ਯੂਸੁਫ ਨੇ, ਹਾਂਜੀ। ਜਿਹੜਾ ਧਰਮੀ ਪੁਰਖ ਸੀ, ਬਾਈਬਲ ਕਹਿੰਦਾ ਯੂਸੁਫ ਜੋ ਪਰਸਨ ਸੀਗਾ ਉਹ ਕਿਹੜਾ ਬੰਦਾ ਸੀਗਾ? ਧਰਮੀ ਬੰਦਾ ਸੀਗਾ। ਉਹ ਜਿਹੜੀ ਮਰੀਅਮ ਸੀਗੀ ਉਹ ਵੀ ਕੀ ਸੀ? ਧਾਰਮਿਕ ਖਿਆਲਾਂ ਦੀ ਸੀ, ਧਾਰਮਿਕਤਾ ਨੂੰ ਪਹਿਨਿਆ ਹੋਇਆ ਸੀਗਾ, ਖੁਦਾਵੰਦ ਦੇ ਨਾਲ ਬਹੁਤ ਅੱਛਾ ਸੰਬੰਧ ਸੀਗਾ। ਔਰ ਅੱਜ ਦਾ ਇਨਸਾਨ ਅਗਰ ਚਾਹੁੰਦਾ ਹੈ ਕਿ ਪਰਮੇਸ਼ਵਰ ਉਹਨੂੰ ਆਪਣੀ ਮਹਿਮਾ ਦੇ ਲਈ ਇਸਤੇਮਾਲ ਕਰੇ ਤੇ ਤੁਹਾਨੂੰ ਸਭ ਤੋਂ ਵੱਧ ਕੇ ਧਰਮੀ ਬਣਨ ਦੀ ਜ਼ਰੂਰਤ ਹੈ। ਪਰਮੇਸ਼ਵਰ ਦੀ ਨਜ਼ਰਾਂ ਦੇ ਵਿੱਚ ਤੁਹਾਨੂੰ ਇੱਕ ਧਾਰਮਿਕ ਪਰਸਨ ਬਣਨ ਦੀ ਜ਼ਰੂਰਤ ਆ, ਜਿਹਦੀਆਂ ਸੋਚਾਂ ਪਵਿੱਤਰ ਹੋਣ, ਜਿਹਦੇ ਖਿਆਲ ਪਵਿੱਤਰ ਹੋਣ, ਜਿਹਦਾ ਜੀਣਾ ਔਰ ਚੱਲਣਾ ਉੱਠਣਾ ਬੈਠਣਾ ਸਭ ਖੁਦਾਵੰਦ ਦੇ ਲਈ ਹੋਵੇ। ਹਾਲੇਲੂਇਆ, ਹਾਲੇਲੂਇਆ। ਅਗਰ ਤੁਸੀਂ ਚਾਹੁੰਦੇ ਆ ਕਿ ਪਰਮੇਸ਼ਵਰ ਦੀ ਮਰਜ਼ੀ ਤੁਹਾਡੀ ਜ਼ਿੰਦਗੀ 'ਚ ਪੂਰੀ ਹੋਵੇ, ਬਾਈਬਲ ਕਹਿੰਦਾ ਪਰਮੇਸ਼ਵਰ ਦਾ ਨੇਚਰ ਆ ਆਸ਼ੀਸ਼ ਦੇਣਾ, ਬਰਕਤ ਦੇਣਾ। ਜੋ ਬਾਈਬਲ ਦੀਆਂ ਬਰਕਤਾਂ ਵੀ ਪ੍ਰੈਕਟੀਕਲ ਤੁਹਾਡੀ ਜ਼ਿੰਦਗੀ 'ਚ ਹੋਣ, ਪਰਮੇਸ਼ਵਰ ਚਾਹੁੰਦੇ ਬਟ ਉਹਨੂੰ ਅਸੀਂ ਹਾਸਲ ਕਿੱਦਾਂ ਕਰਨਾ ਆ? ਸਾਨੂੰ ਧਾਰਮਿਕ ਬਣਨਾ ਪੈਣਾ। ਧਾਰਮਿਕ ਕਿੱਦਾਂ ਬਣਾਂਗੇ? ਜਦੋਂ ਅਸੀਂ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕਰਾਂਗੇ, ਯਿਸੂ ਮਸੀਹ ਦੀਆਂ ਗੱਲਾਂ ਨੂੰ ਅਸੀਂ ਜਦੋਂ ਫੋਲੋ ਕਰਾਂਗੇ, ਯਿਸੂ ਮਸੀਹ ਦੀਆਂ ਦਸੀਆਂ ਗੱਲਾਂ ਨੂੰ ਅਸੀਂ ਮੰਨਾਂਗੇ ਔਰ ਉਹਦੇ ਅਨੁਸਾਰ ਚੱਲਾਂਗੇ। ਕੌਣ ਹੈ ਯਿਸੂ ਮਸੀਹ? ਇਸ ਨਾਮ ਦੀ ਅਸੀਂ ਮਨਾਦੀ ਕਰਦੇ ਹਾਂ, ਕਿਉਂ ਕਰਦੇ ਹਾਂ? ਬਾਈਬਲ ਦੇਖੋ ਕੀ ਕਹਿੰਦਾ। ਬਾਈਬਲ ਕਹਿੰਦਾ ਯਿਸੂ ਮਸੀਹ ਦਾ ਜਨਮ ਇਸ ਤਰੀਕੇ ਦੇ ਨਾਲ ਹੋਇਆ ਆ ਕਿ ਜਦੋਂ ਮਾਤਾ ਮਰੀਅਮ ਦੀ ਕੁੜਮਾਈ ਹੋਈ ਸੀਗੀ ਪਰਸਨ ਯੂਸੁਫ ਦੇ ਨਾਲ, ਔਰ ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਕੀ ਹੋਇਆ? ਬਾਈਬਲ ਕਹਿੰਦਾ ਉਹ ਗਰਭਵਤੀ ਪਾਈ ਗਈ ਪਵਿੱਤਰ ਆਤਮਾ ਦੇ ਦੁਆਰਾ, ਨਾ ਕਿ ਇਸ ਧਰਤੀ ਦੇ ਉੱਪਰ ਜੋ ਰੂਟੀਨ ਚੱਲ ਰਹੀ ਹੈ ਉਹਦੇ ਨਾਲ ਨਹੀਂ, ਇਸਤਰੀ ਤੇ ਪੁਰਸ਼ ਦੇ ਸੰਬੰਧ ਦੇ ਨਾਲ ਨਹੀਂ, ਉਹ ਪਵਿੱਤਰ ਆਤਮਾ ਤੋਂ ਗਰਭਵਤੀ ਪਾਈ ਗਈ। ਹਾਂਜੀ, ਤਦ ਉਹਦੇ ਪਤੀ ਯੂਸੁਫ ਨੇ, ਤਦ ਉਹਦਾ ਪਤੀ ਜਿਹੜਾ ਯੂਸੁਫ ਸੀਗਾ, ਜਿਹੜਾ ਧਰਮੀ ਪੁਰਖ ਸੀ, ਜੋ ਧਰਮੀ ਮਨੁੱਖ ਸੀਗਾ, ਅਤੇ ਇਹ ਨਹੀਂ ਸੀ ਚਾਹੁੰਦਾ ਕਿ ਉਹਨੂੰ ਕਲੰਕਣ ਪ੍ਰਗਟ ਕਰੇ, ਬਈ ਉਹਨੂੰ ਕਲੰਕਣ ਪ੍ਰਗਟ ਕਰੇ। ਇਹ ਦਲੀਲ ਕੀਤੀ, ਆਪਣੇ ਮਨ ਦੇ ਵਿੱਚ ਵਿਚਾਰ ਕੀਤਾ, ਜੋ ਉਹਨੂੰ ਚੁੱਪ ਕੀਤਿਆਂ ਤਿਆਗ ਦੇਵੇ, ਜੋ ਉਹਨੂੰ ਕੀ ਕਰੇ? ਚੁੱਪ ਕੀਤਿਆਂ ਤਿਆਗ ਦੇਵੇ। ਇਹ ਧਾਰਮਿਕ ਪਰਸਨ ਦੀਆਂ ਨਿਸ਼ਾਨੀਆਂ ਆ। ਤਾਂ ਜੇ ਉਹ ਧਾਰਮਿਕ ਨਾ ਹੁੰਦਾ ਤੇ ਡੋਂਡੀ ਪਿੱਟ ਦਿੰਦਾ। ਸਮਝ ਰਹੇ ਮੇਰੀ ਗੱਲ? ਜਿੱਦਾਂ ਅੱਜ ਇਨਸਾਨ ਚੁਗਲੀ ਕਰਦਾ, ਸਮਝਦੇ? ਇੱਕ ਗੱਲ ਜਦੋਂ ਨਿਕਲਦੀ ਆ, ਜਦੋਂ ਕਿਸੇ ਹੋਰ ਪਰਸਨ ਤੱਕ ਪਹੁੰਚਦੀ ਹੈ, ਉਹਨੂੰ ਬਹੁਤ ਮਸਾਲਾ ਲੱਗ ਚੁੱਕਾ ਹੁੰਦਾ। ਜਿੱਦਾਂ ਗੱਲ ਕਿਸੇ ਦੇ ਮੂੰਹ ਚੋਂ ਨਿਕਲੀ ਹੁੰਦੀ ਆ, ਉਦਾਂ ਉਹ ਪਰਸਨ ਤੱਕ ਪਹੁੰਚਦੀ ਨਹੀਂ ਹੈ, ਉਹਨੂੰ ਬਹੁਤ ਮਸਾਲਾ ਲੱਗ ਜਾਂਦਾ ਹੈ। ਕਿੰਨੇ ਸਮਝ ਪਾਏ? ਬਾਈਬਲ ਕਹਿੰਦਾ ਗੱਪਾਂ ਦੇ ਵਾਧੇ ਦੇ ਵਿੱਚ ਅਪਰਾਧ ਦੀ ਕੋਈ ਵੀ ਕਮੀ ਨਹੀਂ ਹੈ। ਬਾਈਬਲ ਕਹਿੰਦਾ ਚੁਗਲੀ ਇੱਕ ਸਵਾਦ ਲਈ ਬੁਰਕੀ ਦੀ ਤਰ੍ਹਾਂ ਹੈ, ਢਿੱਡ ਦੇ ਵਿੱਚ ਵੜ ਜਾਂਦੀ, ਸਵਾਦ ਲੱਗਦੀ ਹੈ ਚੁਗਲੀ, ਔਰ ਇਹ ਬੰਦੇ ਦੀ ਧਾਰਮਿਕਤਾ ਨੂੰ ਖਰਾਬ ਕਰ ਦਿੰਦੀ ਹੈ। ਇਸ ਗੱਲ ਦਾ ਖਿਆਲ ਰੱਖਣਾ। ਚੁਗਲੀ ਕਰਨ ਵਾਲਾ ਔਰ ਚੁਗਲੀ ਸੁਣਨ ਵਾਲਾ
दोनों इको ही पाप दे भागी। हालेलुया हालेलुया बोलो हालेलुया। सारे जागते हैं, सारे जागते हैं। ओके गुड, समझ आ रही है? उपरों तो नहीं लगता? ओके, बाइबल कहता कि यूसुफ ने अपने मन दे विच विचार किया कि उन्हों बिना कलंकन जिहड़ा है प्रगट ना करे किसी के सामने, ਉਹਦੀ ਇਨਸਲਟ ਨਾ ਹੋਵੇ। ਚੁੱਪ ਕੀਤਿਆ ਕਹਿੰਦਾ ਮੈਂ ਉਹਨੂੰ ਤਲਾਕ ਦੇ ਦਵਾਂ ਕਿਉਂਕਿ ਮੰਗਣੀ ਹੋਈ ਸੀ ਕਿ ਮੈਂ ਉਹਨੂੰ ਛੱਡ ਦਿਆਂ। ਚੁੱਪ ਕੀਤਿਆ ਸੀਕ੍ਰੇਟ। ਹਾਂਜੀ ਪੜ੍ਹੀਏ ਅੱਗੇ ਬਾਈਬਲ ਕੀ ਕਹਿੰਦਾ। ਪਰ ਜਦ ਉਹ ਇਹਨਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਹੋਇਆ ਸੀ, ਪਰ ਜਾਂ ਉਹ ਇਹਨਾਂ ਗੱਲਾਂ ਦੀ ਚਿੰਤਾ ਦੇ ਵਿੱਚ ਪਿਆ ਹੋਇਆ ਸੀਗਾ, ਤਾਂ ਵੇਖੋ ਪ੍ਰਭੂ ਦੇ ਇੱਕ ਦੂਤ ਨੇ ਸੁਪਨੇ ਵਿੱਚ ਉਹਨੂੰ ਦਰਸ਼ਨ ਦੇ ਕੇ ਕਿਹਾ। ਯਾਦ ਰੱਖਣਾ ਕਿ ਉਹ ਧਾਰਮਿਕ ਮਨੁੱਖ ਸੀਗਾ, ਚਿੰਤਾ ਦੇ ਵਿੱਚ ਪਿਆ ਹੋਇਆ ਸੀਗਾ ਔਰ ਪਰਮੇਸ਼ਵਰ ਨੂੰ ਦੂਤ ਘੱਲਣਾ ਪੈ ਗਿਆ। ਔਰ ਅਸੀਂ ਚਿੰਤਾ ਦੇ ਵਿੱਚ ਹੁੰਦੇ ਆ ਤੇ ਸਾਨੂੰ ਬਿਮਾਰੀ ਘਿਰ ਲੈਂਦੀ ਹੈ। ਕਿਉਂ? ਕਿਉਂਕਿ ਅਸੀਂ ਧਰਮੀ ਨਹੀਂ। ਔਰ ਯੂਸੁਫ ਧਰਮੀ ਬੰਦਾ ਸੀਗਾ ਔਰ ਬਾਈਬਲ ਕਹਿੰਦਾ ਜਦੋਂ ਚਿੰਤਾ ਦੇ ਵਿੱਚ ਸੀਗਾ ਦੂਤ ਆ ਗਿਆ ਉਹਦੇ ਕੋਲ, ਸਵਰਗ ਤੋਂ ਪਰਮੇਸ਼ਵਰ ਦੇ ਵੱਲੋਂ ਦੂਤ ਉੱਤਰ ਆਇਆ ਉਹਦੀ ਚਿੰਤਾ ਨੂੰ ਦੂਰ ਕਰਨ ਦੇ ਲਈ। ਅੱਜ ਸਾਡੀ ਚਿੰਤਾ ਕਿਉਂ ਨਹੀਂ ਦੂਰ ਹੁੰਦੀ? ਸਾਨੂੰ ਬੱਚਿਆਂ ਦੀ ਚਿੰਤਾ, ਪਰਿਵਾਰ ਦੀ ਚਿੰਤਾ, ਫਿਊਚਰ ਦੀ ਚਿੰਤਾ, ਆਉਣ ਵਾਲੇ ਟਾਈਮ ਦੀ ਚਿੰਤਾ, ਕੀ ਬਣੂਗਾ? ਸਾਡੀ ਚਿੰਤਾ ਕਿਉਂ ਨਹੀਂ ਦੂਰ ਹੁੰਦੀ? क्योंकि ਅਸੀਂ ਧਰਮੀ ਨਹੀਂ ਹਾਂ ਪਰਮੇਸ਼ਵਰ ਦੀ ਨਜ਼ਰਾਂ 'ਚ। ਬੁਰਾ ਦੇਖਣ ਵਾਲਾ, ਬੁਰਾ ਸੁਣਨ ਵਾਲਾ, ਬੁਰਾ ਬੋਲਣ ਵਾਲਾ, ਬੁਰਾ ਦੇਖਣ ਵਾਲਾ, ਇਹ ਪਰਮੇਸ਼ਵਰ ਦੀ ਨਜ਼ਰਾਂ 'ਚ ਧਰਮੀ ਪਰਸਨ ਹੈ। ਹਾਲੇਲੂਇਆ ਹਾਲੇਲੂਇਆ। ਹਾਂਜੀ ਕੰਟੀਨਿਊ ਕਰੀਏ ਅੱਗੇ। हे यूसुफ दाऊद दे पुत्र, ਲਿਖਿਆ ਜਦੋਂ ਇਹਨਾਂ ਗੱਲਾਂ ਦੀ ਚਿੰਤਾ ਦੇ ਵਿੱਚ ਸੀਗਾ ਕਿ ਮੈਂ ਉਹਨੂੰ ਛੱਡਾਂ ਜਾਂ ਨਾ ਛੱਡਾਂ, ਫਿਰ ਉਹਨੇ ਵਿਚਾਰ ਕੀਤਾ ਕਿ ਮੈਂ ਉਹਨੂੰ ਚੁੱਪ ਕੀਤਿਆਂ ਛੱਡ ਦਿੰਦਾ ਆ, ਉਹਨੂੰ ਕਲੰਕਣ ਨਾ ਪ੍ਰਗਟ ਕਰਾਂ ਕਿਸੇ ਦੇ ਸਾਹਮਣੇ। ਔਰ ਜਦੋਂ ਇਹਨਾਂ ਗੱਲਾਂ ਦੀ ਚਿੰਤਾ ਦੇ ਵਿੱਚ ਸੀਗਾ ਤਾਂ ਕਹਿੰਦੇ ਵੇਖੋ ਪ੍ਰਭੂ ਦੇ ਇੱਕ ਦੂਤ ਨੇ ਸੁਪਨੇ ਦੇ ਵਿੱਚ ਉਹਨੂੰ ਦਰਸ਼ਨ ਦੇ ਕੇ ਕਿਹਾ। ਹਾਂਜੀ, हे यूसुफ दाऊद दे पुत्र, हे यूसुफ दाऊद दे पुत्र, तू अपनी पत्नी मरियम ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ। ਤੂੰ ਆਪਣੀ ਪਤਨੀ ਮਰੀਮ ਨੂੰ ਆਪਣੇ ਘਰ ਲਿਆਉਣ ਤੋਂ ਕੀ ਨਾ ਕਰ, ਨਾ ਡਰ। ਡਰ ਨਾ, ਜਿਹੜੀ ਚਿੰਤਾ ਤੂੰ ਕਰਦਾ ਪਿਆ ਉਸ ਚਿੰਤਾ ਨੂੰ ਆਪਣੇ ਦਿਮਾਗ ਦੇ ਵਿੱਚੋਂ ਡਿਲੀਟ ਕਰ ਦੇ, ਬਾਹਰ ਕੱਢ ਦੇ। ਹਾਂਜੀ, ਕਿਉਂਕਿ ਜਿਹੜਾ ਉਹਦੀ ਕੁੱਖ ਵਿੱਚ ਆਇਆ ਹੈ, ਕਿਉਂਕਿ ਜਿਹੜਾ ਉਹਦੀ ਕੁੱਖ ਦੇ ਵਿੱਚ ਆਇਆ ਆ ਉਹ ਪਵਿੱਤਰ ਆਤਮਾ ਤੋਂ ਹੈ। ਉਹ ਕਿਹਦੇ ਤੋਂ ਆ? ਪਵਿੱਤਰ ਆਤਮਾ। ਬੋਲੋ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਅਗਰ ਤੁਸੀਂ ਚਾਹੁੰਦੇ ਕਿ ਪਰਮੇਸ਼ਵਰ ਤੁਹਾਡੀ ਜ਼ਿੰਦਗੀ 'ਚ ਆਵੇ ਤੇ ਤੁਹਾਨੂੰ ਪਵਿੱਤਰਤਾਈ ਦੇ ਵਿੱਚ ਰਹਿਣ ਦੀ ਜ਼ਰੂਰਤ ਹੈ। ਬਾਈਬਲ ਕਹਿੰਦਾ ਦੂਤ ਨੇ ਯੂਸੁਫ ਨੂੰ ਆਖਿਆ ਤੂੰ ਮਰੀਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ, ਕਿਉਂ ਜੋ ਦੀ ਕੁੱਖ ਦੇ ਵਿੱਚ ਜੋ ਆਇਆ ਆ ਉਹ ਕਿਹਦੇ ਤੋਂ ਆ? ਪਵਿੱਤਰ ਆਤਮਾ। ਉਹ ਇਸਤਰੀ ਤੇ ਪੁਰਸ਼ ਦੇ ਸੰਬੰਧ ਦੇ ਨਾਲ ਨਹੀਂ ਆ, ਉਹ ਪਵਿੱਤਰ ਆਤਮਾ ਦੇ ਦੁਆਰਾ ਉਹਦੀ ਕੁੱਖ ਦੇ ਵਿੱਚ ਆਇਆ। ਉਹਦਾ ਕਾਰਨ ਕੀ ਆ ਉਹ ਅਸੀਂ ਪੜ੍ਹਨਾ ਆ ਬਾਈਬਲ ਦੇ ਵਿੱਚ। ਕਿਉਂ ਆਇਆ ਉਹ ਧਰਤੀ ਦੇ ਉੱਪਰ ਔਰ ਇੱਕ ਅਲੱਗ ਰੀਤੀ ਦੇ ਨਾਲ ਹੀ ਕਿਉਂ ਆਇਆ? ਹਾਲੇਲੂਇਆ ਹਾਂਜੀ ਕੰਟੀਨਿਊ ਕਰੀਏ ਜੀ। ਅਤੇ ਉਹ ਪੁੱਤਰ ਜਣੇਗੀ ਅਤੇ ਤੂੰ ਉਹਦਾ ਨਾਮ ਯਿਸੂ ਰੱਖੀ। ਹਾਲੇਲੂਇਆ ਬਾਈਬਲ ਕਹਿੰਦਾ ਆ ਦੂਤ ਨੇ ਆਖਿਆ ਹੈ ਯੂਸੁਫ ਦਾਊਦ ਦੇ ਪੁੱਤਰ ਤੂੰ ਆਪਣੀ ਪਤਨੀ ਮਰੀਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ, ਕਿਉਂਕਿ ਜਿਹੜਾ ਉਹਦੀ ਕੁੱਖ ਦੇ ਵਿੱਚ ਆਇਆ ਆ ਉਹ ਪਵਿੱਤਰ ਆਤਮਾ ਤੋਂ ਆ ਔਰ ਉਹ ਹੁਣ ਪੁੱਤਰ ਜਣੂਗੀ ਔਰ ਤੂੰ ਉਹਦਾ ਨਾਮ ਕੀ ਰੱਖਣਾ? ਯਿਸੂ ਰੱਖੀ। ਯਿਸੂ ਮਸੀਹ ਰੱਖਣਾ। ਉਹਦਾ ਕਾਰਨ ਯਿਸੂ ਮਸੀਹ ਦੇ ਜਨਮ ਤੋਂ ਪਹਿਲਾਂ ਪ੍ਰੋਫੈਸੀ ਹੋ ਚੁੱਕੀ ਸੀ। ਯਸ਼ਾਇਆ ਨਬੀ ਦੀ ਪੁਸਤਕ ਦੇ ਵਿੱਚ ਤੁਸੀਂ ਸਾਰੇ ਜਾਣਦੇ ਆ ਜਿਹੜੇ ਬਾਈਬਲ ਪੜ੍ਹਦੇ ਆ 700-750 ਸਾਲ ਪਹਿਲਾਂ ਹੀ ਦੱਸ ਦਿੱਤਾ ਗਿਆ ਸੀਗਾ ਕਿ ਇੱਕ ਕੁਆਰੀ ਦੇ ਦੁਆਰਾ ਇੱਕ ਬੱਚੇ ਨੇ ਜਨਮ ਲੈਣਾ ਹੈ। ਵਿਆਹੀ ਹੋਈ ਦਾ ਤਾਂ ਸੁਣ ਸਕਦੇ ਆ ਲੇਕਿਨ ਇਹ ਕੁਝ ਅਲੱਗ ਰੀਤੀ ਦਾ ਸੀਗਾ। ਹਾਲੇਲੂਇਆ ਇੱਕ ਕੁਆਰੀ ਪੁੱਤਰ ਜਨੂਗੀ 750 ਲਗਭਗ 700-750 ਸਾਲ ਪਹਿਲੇ ਦੱਸ ਦਿੱਤਾ ਗਿਆ ਸੀਗਾ। ਪ੍ਰੋਫੈਸੀ ਹੋ ਗਈ ਸੀਗੀ ਯਸ਼ਾਇਆ ਨਬੀ ਦੇ ਦੁਆਰਾ। ਇੱਕ ਪ੍ਰੋਫਿਟ ਸੀਗਾ ਬਾਈਬਲ ਦੇ ਵਿੱਚ, ਜੋ ਪੜ੍ਹਦੇ ਆ ਬਾਈਬਲ ਉਹਨਾਂ ਨੂੰ ਪਤਾ ਹੈ ਮੈਂ ਕਿੱਥੋਂ ਬੋਲਦਾ ਪਿਆ। ਔਰ ਇੱਕ ਪਰਸਨ ਨੇ ਪਹਿਲਾਂ ਦੱਸ ਦਿੱਤਾ ਸੀਗਾ ਕਿ ਇਸ ਰੀਤੀ ਦੇ ਨਾਲ ਇੱਕ ਕੁਵਾਰੀ ਨੇ ਇੱਕ ਬੱਚੇ ਨੂੰ ਜਨਮ ਦੇਣਾ ਹੈ। ਔਰ ਬਾਈਬਲ ਦੇ ਵਿੱਚ ਬਹੁਤ ਜਗ੍ਹਾ ਦੇ ਉੱਪਰ ਪ੍ਰੋਫੈਸੀਆਂ ਹੋਈਆਂ ਯਿਸੂ ਮਸੀਹ ਦੇ ਬਾਰੇ ਕਿ ਜਦੋਂ ਯਿਸੂ ਮਸੀਹ ਦਾ ਜਨਮ ਹੋਣਾ ਆ
ਉਦੋਂ ਛੋਟੇ ਬੱਚਿਆਂ ਦਾ ਕਤਲ ਕਰ ਦਿੱਤਾ ਜਾਣਾ ਹੈ। ਇਹ ਸਾਰੀਆਂ ਪ੍ਰੋਫੈਸੀਆਂ ਬਾਈਬਲ ਦੇ ਵਿੱਚ ਹੋਈਆਂ ਹੈ। ਔਰ ਜਿਹੜੇ ਬਾਈਬਲ ਪੜ੍ਹਦੇ ਉਹਨਾਂ ਨੂੰ ਪਤਾ ਹੈ, ਜਦੋਂ ਰਾਜੇ ਨੂੰ ਪਤਾ ਲੱਗਾ, ਜਦੋਂ ਉਸ ਟਾਈਮ ਦੇ ਉੱਪਰ ਰਾਜਾ ਸੀਗਾ ਕਿ ਹਾਂ ਇੱਕ ਬੱਚੇ ਦਾ ਜਨਮ ਲਿਆ ਜਿਹੜਾ ਰਾਜਾ ਬਣਨਾ ਹੈ, ਯਹੂਦੀਆਂ ਦਾ ਰਾਜਾ। ਔਰ ਉਹ ਕਹਿੰਦਾ ਮੈਂ ਜੇ ਉਹ ਪੈਦਾ ਹੋ ਗਿਆ ਜਾਂ ਉਹ ਵੱਡਾ ਹੋ ਗਿਆ ਤੇ ਮੇਰੀ ਜਗ੍ਹਾ ਉਹਨੇ ਲੈ ਲੈਣੀ। ਔਰ ਬਾਈਬਲ ਕਹਿੰਦਾ ਉਹਨੇ ਸੀਕ੍ਰੇਟਲੀ ਇੱਕ ਹੁਕਮ ਜਾਰੀ ਕਰ ਦਿੱਤਾ ਕਿ ਜਿੰਨੇ ਛੋਟੇ ਬੱਚੇ ਆ ਇੰਨੀ ਉਮਰ ਤੱਕ ਉਹ ਸਾਰੇ ਮਾਰ ਦਿੱਤੇ ਜਾਣ। ਪ੍ਰੋਫੈਸੀਆਂ ਜੋ ਬਾਈਬਲ ਦੇ ਵਿੱਚ ਯਿਸੂ ਮਸੀਹ ਦੇ ਬਾਰੇ ਹੋਈਆਂ ਉਹ ਕੰਪਲੀਟ ਹੋਈਆਂ ਹੈ। ਇਹ ਜੋ ਅਸੀਂ ਪੜ੍ਹ ਰਹੇ ਹਾਂ ਇਹ ਸਾਰੀਆਂ ਭਵਿੱਖਬਾਣੀਆਂ ਦਾ ਨਿਚੋੜ ਹੈ। ਜੋ ਭਵਿੱਖਬਾਣੀਆਂ ਹੋਈਆਂ ਇੱਥੇ ਪੂਰੀਆਂ ਹੁੰਦੀਆਂ। ਹਾਲੇਲੂਇਆ, ਹਾਲੇਲੂਇਆ। ਇਹ ਕੋਈ ਮਨ ਗੜਤ ਗੱਲਾਂ ਨਹੀਂ ਜਿਹੜੀਆਂ ਅਸੀਂ ਸਾਂਝੀਆਂ ਕਰਦੇ ਹਾਂ ਤੇ ਤੁਹਾਡੇ ਸਾਹਮਣੇ ਰੱਖਦੇ ਹਾਂ। ਇੱਕ ਸੱਚਾਈ ਠੋਸ ਸਬੂਤ ਹੈ। ਬਾਈਬਲ ਕਹਿੰਦਾ ਚੱਖੋ ਤੇ ਵੇਖੋ ਯਹੋਵਾ ਭਲਾ ਪਰਮੇਸ਼ਵਰ ਹੈ। ਜਿਹਨੇ ਸੇਬ ਖਾਦਾ ਉਹ ਦੱਸ ਸਕਦਾ ਹੈ ਸੇਬ ਦਾ ਟੇਸਟ ਕੀ ਹੈ। ਮੈਂ ਸੰਤਰੇ ਨੂੰ ਮਿੱਠਾ ਨਹੀਂ ਕਹਿ ਸਕਦਾ ਕਿਉਂਕਿ ਮੈਂ ਖਾਦਾ। ਕਿੱਦਾਂ ਦਾ ਹੁੰਦਾ? ਹਾਂ, ਖੱਟਾ। ਹਾਂ, ਕੋਈ ਨਿੰਬੂ ਨੂੰ ਮਿੱਠਾ ਕਹਿ ਸਕਦਾ? ਜਿਹਨੇ ਨਹੀਂ ਖਾਦਾ ਉਹ ਕਹਿ ਸਕਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਹਾਂ, ਕਿੱਦਾਂ ਦਾ ਹੁੰਦਾ? ਹਾਂ, ਖੱਟਾ ਹੁੰਦਾ। ਹਾਲੇਲੂਇਆ, ਜਿਹਨੇ ਰੱਬ ਨੂੰ ਚੱਖ ਲਿਆਇਆ ਉਹ ਕਦੀ ਵੀ ਸੰਸਾਰਕ ਗੱਲਾਂ ਦੇ ਵੱਲ ਧਿਆਨ ਨਹੀਂ ਲਾਉਂਦਾ, ਸਰੀਰਕ ਗੱਲਾਂ ਦੇ ਵੱਲ ਧਿਆਨ ਨਹੀਂ ਲਾਉਂਦਾ, ਨਸ਼ੇ ਵੱਲੋਂ ਮਸਤ ਨਹੀਂ ਰਹਿੰਦਾ, ਉਹ ਖੁਦਾ ਦੀ ਹਜ਼ੂਰੀ ਦੇ ਵਿੱਚ ਮਸਤ ਰਹਿੰਦਾ ਹੈ। ਹਾਲੇਲੂਇਆ, ਹਾਲੇਲੂਇਆ। ਇੱਕ ਟਾਈਮ ਸੀਗਾ ਜਦੋਂ ਅਸੀਂ ਵੀ ਦੁਨੀਆ ਦੇ ਵਿੱਚ ਮਸਤ ਸੀ, ਜੌਬ ਕਰਨੀ, ਆਪਣੀ ਮਸਤੀ ਦੇ ਵਿੱਚ ਹੀ ਰਹਿਣਾ, ਬਸ ਇੰਨੀ ਕਿ ਪ੍ਰਾਰਥਨਾ ਹੁੰਦੀ ਸੀ ਉਨੀ ਕਿ ਕਰ ਲੈਣੀ, ਬਸ ਠੀਕ ਹੈ। ਇੱਥੇ ਬੈਠਾ ਹੁੰਦਾ ਸੀਗਾ ਤੁਹਾਡੀ ਜਗ੍ਹਾ ਤੇ। 2007 ਤੋਂ ਪਹਿਲਾਂ ਦੀ ਗੱਲ ਹੈ। ਔਰ ਉਸ ਤੋਂ ਬਾਅਦ ਜੌਬ ਦੇ ਵਿੱਚ ਲੱਗ ਕੇ ਜੌਬ ਕਰਨੀ ਸ਼ੁਰੂ ਕਰ ਦਿੱਤੀ। ਅਕਾਊਂਟੈਂਟ ਦੀ ਪੋਸਟ ਦੇ ਉੱਤੇ ਜੌਬ ਕਰਦਾ ਸੀ। ਹੁਣ ਤਾਂ ਬਹੁਤ ਵੱਡੀ ਜੌਬ ਹੈ। ਔਰ 8 ਸਾਲ ਮੈਂ ਜੌਬ ਕੀਤੀ। ਉਸ ਤੋਂ ਬਾਅਦ ਇੱਕ ਦਿਨ ਮੇਰੀ ਮੁਲਾਕਾਤ ਹੋ ਗਈ ਯਿਸੂ ਮਸੀਹ ਦੇ ਨਾਲ। ਹਾਲੇਲੂਇਆ, ਹਾਲੇਲੂਇਆ। ਮੈਂ ਥੋੜਾ ਆਪਣੇ ਬਾਰੇ ਤੁਹਾਨੂੰ ਦੱਸ ਦਵਾਂ, ਫਿਰ ਵਚਨ ਦਾ ਨਿਚੋੜ ਕਰਦੇ ਹਾਂ। ਇੱਕ ਦਿਨ ਮੈਂ ਪ੍ਰਾਰਥਨਾ ਕਰਨ ਦੇ ਲਈ ਗਿਆ ਆਪਣੇ ਰੂਮ ਦੇ ਵਿੱਚ। ਜਿਹੜੇ ਜਾਣਦੇ ਅੰਦਰਲਾ ਸਿਸਟਮ ਉਹਨਾਂ ਨੂੰ ਪਤਾ ਹੈ, ਲਾਸਟ ਵਾਲਾ ਰੂਮ ਹੈ। ਮੈਂ ਉਸ ਰੂਮ ਦੇ ਵਿੱਚ ਗਿਆ ਪ੍ਰਾਰਥਨਾ ਕਰਨ ਦੇ ਲਈ, ਘੁਟਨੇ ਟੇਕਿਆ ਔਰ ਯਿਸੂ ਮਸੀਹ ਮੇਰੇ ਨਾਲ ਆ ਕੇ ਬੈਠ ਗਏ। ਜਿੱਦਾਂ ਤੁਹਾਡੇ ਨਾਲ ਕੋਈ ਬੈਠਾ ਹੈ ਇਸੇ ਰੀਤੀ ਦੇ ਨਾਲ ਐਵੇਂ ਨਹੀਂ ਇਸ ਜਗ੍ਹਾ ਦੇ ਉੱਪਰ ਖੜਾ ਹੈ, ਐਵੇਂ ਨਹੀਂ ਖੜਾ। ਕੁਝ ਵਾਅਦੇ ਖੁਦਾਵੰਦ ਦੇ ਨਾਲ ਆ, ਕੁਝ ਵਾਅਦੇ ਖੁਦਾਵੰਦ ਨੇ ਕੀਤੇ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਵਰ ਨੇ ਮੈਨੂੰ ਫਿਰ ਆਪਣੀ ਮਹਿਮਾ ਦੇ ਲਈ ਚੁਣਿਆ, ਕੁਝ ਗੱਲਾਂ ਬਾਤਾਂ ਕੀਤੀਆਂ, ਆਸ਼ੀਸ਼ ਦਿੱਤੀ ਆ, ਬਲੈਸ ਕੀਤਾ। ਔਰ ਜਿਹੜੇ ਲੋਕ ਸ਼ੁਰੂ ਤੋਂ ਚਰਚ ਦੇ ਨਾਲ ਜੁੜੇ ਉਹ ਜਾਣਦੇ ਆ ਕਿਸ ਰੀਤੀ ਦੇ ਨਾਲ ਖੁਦਾਵੰਦ ਨੇ ਗੱਲਾਂ ਕੀਤੀਆਂ ਔਰ ਕਿਸ ਰੀਤੀ ਦੇ ਨਾਲ ਬਿਮਾਰ ਚੰਗੇ ਹੋਏ, ਕਿਸ ਰੀਤੀ ਦੇ ਨਾਲ ਲੋਕਾਂ ਚੋਂ ਭੂਤ ਨਿਕਲੇ, ਉਹ ਜਾਣਦੇ ਆ। ਇਹ ਵੀ ਬੰਦਾ ਜਾਣਦਾ। ਉਦੋਂ ਮੇਰਾ ਪਹਿਲਾ ਕੇਸ ਜਿਹੜਾ ਮੂਵੀ ਬਣਾ ਰਿਹਾ ਹੈ, ਪਹਿਲੀ ਵਾਰ ਜਿਹੜੀ ਦੁਸ਼ਟ ਆਤਮਾ ਕੱਢੀ ਸੀ ਉਹ ਇਹਦੇ ਨਾਲ ਮਿਲ ਕੇ ਕੱਢੀ ਸੀ। ਹਾਲੇਲੂਇਆ, ਹਾਲੇਲੂਇਆ। ਔਰ ਫਿਰ ਹੌਲੀ ਹੌਲੀ ਖੁਦਾਵੰਦ ਦਾ ਕੰਮ ਵੱਧਦਾ ਗਿਆ, ਲੋਕ ਠੀਕ ਹੁੰਦੇ ਗਏ, ਬਿਮਾਰ ਚੰਗੇ ਹੁੰਦੇ ਗਏ, ਭਟਕੇ ਰਾਹ ਦੇ ਉੱਤੇ ਪੈਂਦੇ ਗਏ। ਬੋਲੋ ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਫਿਰ ਸਟੱਡੀ ਲਈ ਬਾਈਬਲ ਦੀ GTH ਕੀਤਾ, BTH ਕੀਤਾ, ਡਿਗਰੀ ਕੀਤੀ, 8 ਸਾਲ ਦੀ ਸਟੱਡੀ ਲਈ ਔਰ ਹੱਲੇ ਵੀ ਚੱਲਦੀ ਹੈ। ਹੁਣ ਵਿਆਹ ਸ਼ਾਦੀ ਵੀ ਕਰ ਸਕਦੇ ਤੇ ਦੱਬ ਵੀ ਸਕਦੇ। ਹਾਲੇਲੂਇਆ, ਹਾਲੇਲੂਇਆ। ਸਾਰੇ ਕਾਗਜ਼ ਮਿਲੂਗੇ। ਖੁਦਾਵੰਦ ਦਾ ਧੰਨਵਾਦ ਹੈ, ਪਰਮੇਸ਼ਵਰ ਦੀ ਮਹਿਮਾ ਹੋਵੇ ਨਾ ਸਾਰੀਆਂ ਗੱਲਾਂ ਦੇ ਲਈ। ਔਰ ਬਾਈਬਲ ਦੇ ਵਿੱਚ ਅਸੀਂ ਜਿਸ ਥਾਂ ਦੇ ਉੱਪਰ ਸੀ ਕਿ ਉੱਥੇ ਮੈਂ ਪਹੁੰਚਦਾ ਆਇਆ, ਇਹਦੇ ਜਿਹੜਾ ਉਹਦੀ ਕੁੱਖ ਦੇ ਵਿੱਚ ਆਇਆ ਉਹ ਪਵਿੱਤਰ ਆਤਮਾ ਤੋਂ ਆ ਅਤੇ ਉਹ ਪੁੱਤਰ ਜਣੂਗੀ, ਤੂੰ ਉਹਦਾ ਨਾਮ ਯਿਸੂ ਰੱਖਣਾ। ਹਾਂਜੀ, ਕਿਉਂ ਜੋ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ। ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ। ਮੈਂ ਤੁਹਾਨੂੰ ਦੱਸਣਾ ਹੈ ਥੋੜਾ ਜਿਹਾ ਟਾਈਮ ਲਾ ਕੇ ਤੁਹਾਨੂੰ ਥੋੜਾ ਕਲੀਅਰ ਕਰ। ਕਹਿੰਦੇ ਉਹ
ਪਵਿੱਤਰ ਆਤਮਾ ਤੋਂ ਉਹਦੀ ਕੁੱਖ ਦੇ ਵਿੱਚ ਆਏਗਾ ਔਰ ਜਦੋਂ ਜਨਮ ਲਏਗਾ ਉਹਦਾ ਨਾਮ ਤੂੰ ਯਿਸੂ ਰੱਖਣਾ ਆ। ਕਿਉਂ ਰੱਖਣਾ ਆ? ਕਿਉਂਕਿ ਇਹਦੇ ਨਾਮ ਦਾ ਮਤਲਬ ਹੈ ਕਿ ਉਹ ਆਪਣੇ ਲੋਕਾਂ ਨੂੰ ਉਹਦੇ ਪਾਪਾਂ ਤੋਂ ਛੁਡਾਊਗਾ। ਬਾਈਬਲ ਦੇ ਵਿੱਚ ਜ਼ਿਕਰ ਆਉਂਦਾ ਆ ਇੱਕ ਅਧਰੰਗੀ ਸੀਗਾ ਬਚਪਨ ਤੋਂ। ਅਧਰੰਗੀ ਸਮਝਦੇ ਜਿਹਨੂੰ ਦਿਖਦਾ ਨਹੀਂ ਹੈ। ਮੈਂ ਸੱਚ ਬੋਲ ਰਿਹਾ ਹਾਂ? ਅਧਰੰਗੀ ਬੰਦਾ ਜਿਹਨੂੰ ਬਚਪਨ ਤੋਂ ਦਿਖਦਾ ਨਹੀਂ ਉਹਨੂੰ ਕਹਿੰਦੇ ਆ? ਕਿਹਨੂੰ ਕਹਿੰਦੇ ਆ? ਹਾਂ, ਮੈਂ ਇਸ ਲਈ ਪੁੱਛਦਾ, ਮੈਂ ਤਾਂ ਸੁੱਤਾ ਨਾ ਹੋਵੇ ਕੋਈ ਬੰਦਾ, ਨਹੀਂ ਤਾਂ ਕਈ ਕਹਿੰਦੇ ਹਾਂਜੀ ਹਾਂਜੀ ਠੀਕ ਹੈ। ਜਿਹੜਾ ਚੱਲਣ ਤੋਂ ਅਸਮਰਥ ਆ। ਯਿਸੂ ਮਸੀਹ ਇਸੇ ਰੀਤੀ ਦੇ ਨਾਲ ਪ੍ਰਚਾਰ ਕਰਦੇ ਸੀ ਕਿ ਜਿਸ ਤਰ੍ਹਾਂ ਤੁਸੀਂ ਸੁਣਦੇ ਪਏ ਆ, ਏਦਾਂ ਹੀ ਰੂਮ ਦਾ ਭਰਿਆ ਪਿਆ ਪੂਰਾ, ਕੋਈ ਬੰਦਾ ਗੇਟ ਤੋਂ ਐਂਟਰ ਨਹੀਂ ਕਰ ਸਕਦਾ ਸੀਗਾ ਕਮਰੇ ਦੇ ਅੰਦਰ ਜਿੱਥੇ ਯਿਸੂ ਮਸੀਹ ਪ੍ਰਚਾਰ ਕਰਦੇ ਪਏ ਸੀ, ਫੁੱਲ ਸੀਗਾ। ਔਰ ਬਾਈਬਲ ਕਹਿੰਦਾ 4 ਲੋਕੀ ਉਹਨੂੰ ਚੁੱਕ ਕੇ ਲੈ ਕੇ ਆਏ ਮੰਜੇ ਦੇ ਉੱਪਰ ਔਰ ਉਹਨਾਂ ਨੂੰ ਵਿਸ਼ਵਾਸ ਸੀਗਾ ਕਿ ਇਹ ਯਿਸੂ ਮਸੀਹ ਦੇ ਸਾਹਮਣੇ ਇਹਨੂੰ ਲੈ ਜਾਏਗੇ ਔਰ ਯਿਸੂ ਮਸੀਹ ਇੱਥੇ ਦੁਆ ਕਰਨਗੇ ਤੇ ਇਹ ਲੰਗੜਾ ਜਿਹੜਾ ਹੈ ਚੰਗਾ ਹੋ ਜਾਊਗਾ। ਔਰ ਬਾਈਬਲ ਕਹਿੰਦਾ ਉਹਨਾਂ ਨੇ ਧੱਕਾ ਮੁੱਕੀ ਕੀਤੀ ਪਰ ਅੰਦਰ ਵੜੀ ਨਹੀਂ ਸਕੇ। ਪਰ ਬਾਈਬਲ ਕਹਿੰਦਾ ਉਹਨਾਂ ਦਾ ਵਿਸ਼ਵਾਸ ਦੇਖੋ, ਉਹ ਦੂਸਰੇ ਰਸਤੇ ਥਾਣੀ ਜਿੱਦਾਂ ਵੀ ਉਹ ਛੱਤ ਦੇ ਉੱਪਰ ਪਹੁੰਚੇ। ਉਸ ਸਮੇਂ ਦੀਆਂ ਛੱਤਾਂ ਲੈਂਟਰ ਵਾਲੀਆਂ ਨਹੀਂ ਸੀਗੀਆਂ, ਕੱਖ ਦੀਆਂ ਹੁੰਦੀਆਂ ਸੀਗੀਆਂ, ਪੁਰਾਣੇ ਬਜ਼ੁਰਗ ਜਾਣਦੇ ਆ। ਉਹਨਾਂ ਨੇ ਛੱਤ ਨੂੰ ਪਾੜਿਆ, ਉਧੇੜਿਆ ਔਰ ਮੰਜੇ ਨੂੰ 4 ਰੱਸੀਆਂ ਦੇ ਨਾਲ ਬੰਨ੍ਹ ਕੇ ਯਿਸੂ ਮਸੀਹ ਦੇ ਸਾਹਮਣੇ ਇਸ ਤਰ੍ਹਾਂ ਲਿਆਂਦਾ ਉੱਪਰੋਂ ਦੀ। ਯਿਸੂ ਮਸੀਹ ਦੇ ਸਾਹਮਣੇ ਉਹਨੂੰ ਮੰਜੇ ਦੇ ਨਾਲ ਇਦਾਂ ਉਤਾਰ ਦਿੱਤਾ ਔਰ ਉਹਨਾਂ ਦਾ ਵਿਸ਼ਵਾਸ ਦੇਖੋ। ਔਰ ਬਾਈਬਲ ਉੱਥੇ ਵਿਰੋਧੀ ਲੋਕ ਵੀ ਸੀਗੇ ਯਿਸੂ ਮਸੀਹ ਦੇ। ਸੁਣਨਾ ਬੜੇ ਧਿਆਨ ਦੀ ਗੱਲ ਹੈ, ਫਿਰ ਫਾਈਨਲ ਕਰਦਾ ਹਾਂ। ਮੈਂ ਉਸ ਗੱਲ ਨੂੰ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਦੂਤ ਨੇ ਆਖਿਆ ਕਿ ਉਹ ਪਵਿੱਤਰ ਆਤਮਾ ਤੋਂ ਉਹਦੀ ਕੁੱਖ ਚ ਆਊਗਾ, ਉਹ ਜਨਮ ਲਊਗਾ, ਉਹਦਾ ਨਾਮ ਯਿਸੂ ਰੱਖੀ ਕਿਉਂ ਜੋ ਆਪਣੇ ਲੋਕਾਂ ਨੂੰ ਕੀ ਕਰੂਗਾ? ਪਾਪਾਂ ਤੋਂ ਛੁਡਾਊਗਾ। ਠੀਕ ਹੈ, ਪਾਪਾਂ ਤੋਂ ਛੁਡਾਊਗਾ। ਪਾਪ ਕਿਸ ਤਰ੍ਹਾਂ ਦਾ ਹੈ ਮੈਂ ਤੁਹਾਨੂੰ ਦੱਸ, ਕਿਹੜੇ ਪਾਪਾਂ ਤੋਂ? ਬਾਈਬਲ ਕਹਿੰਦਾ ਜਦੋਂ ਉਹਨਾਂ ਨੇ ਯਿਸੂ ਮਸੀਹ ਦੇ ਸਾਹਮਣੇ ਉਹਨੂੰ ਉਤਾਰ ਦਿੱਤਾ ਔਰ ਉੱਥੇ ਵਿਰੋਧੀ ਲੋਕ ਵੀ ਸੀ, ਫਰੀਸੀ ਤੇ ਗ੍ਰੰਥੀ ਲੋਕ ਵੀ ਸੀਗੇ ਉਸੇ ਜਗ੍ਹਾ ਦੇ ਉੱਪਰ ਮੌਜੂਦ। ਉਹ ਦੇਖਦੇ ਸੀਗੇ, ਫੜਦੇ ਸੀਗੇ, ਯਿਸੂ ਮਸੀਹ ਨੂੰ ਫੜਨ ਦੀ ਕੋਸ਼ਿਸ਼ ਕਰਦੇ ਸੀਗੇ ਕਿ ਕਦੋਂ ਇਹ ਕੁਝ ਗਲਤ ਕਦਮ ਚੁੱਕੇ ਤੇ ਅਸੀਂ ਇਹਨੂੰ ਫੜ ਲਈਏ। ਔਰ ਬਾਈਬਲ ਕਹਿੰਦਾ ਯਿਸੂ ਮਸੀਹ ਨੇ ਉਸ ਅਧਰੰਗੀ ਨੂੰ ਕਿਹਾ ਤੇਰੇ ਪਾਪ ਕੀ ਹੋਏ? ਤੇਰੇ ਪਾਪ ਮਾਫ ਹੋ ਗਏ। ਅਧਰੰਗੀ ਸਿੱਧਾ ਹੀ ਸਾਹਮਣੇ ਉਤਰਿਆ ਔਰ ਯਿਸੂ ਮਸੀਹ ਨੇ ਉਹਨੂੰ ਦੇਖਿਆ ਤੇ ਤੇਰੇ ਪਾਪ ਮਾਫ ਹੋ ਗਏ। ਔਰ ਜਿਹੜੇ ਉੱਥੇ ਵਿਰੋਧੀ ਲੋਕ ਸੀਗੇ ਉਹ ਵਿਰੋਧ ਕਰਨ ਲੱਗੇ, ਬੁੜਬੁੜ ਹੋਣ ਲੱਗੇ, ਕਹਿੰਦੇ ਆਹ ਕੀ ਕਹੀ ਜਾਂਦਾ, ਕਹਿੰਦੇ ਇਹ ਕੁਫਰ ਵਕਦਾ ਪਿਆ ਆ। ਕਹਿੰਦੇ ਪਾਪ ਮਾਫ ਕਰਨ ਦਾ ਅਧਿਕਾਰ ਸਿਰਫ ਪਰਮੇਸ਼ਵਰ ਨੂੰ ਆ। ਕਹਿੰਦੇ ਕੁਫਰ ਵਕਦਾ ਪਿਆ, ਇਹ ਗਲਤ ਹੈ। ਯਿਸੂ ਮਸੀਹ ਨੇ ਕਿਹਾ ਕਿਹੜੀ ਗੱਲ ਸੌਖੀ ਹੈ? ਇਹ ਕਹਿਣਾ ਤੇਰੇ ਪਾਪ ਮਾਫ ਹੋਏ ਜਾਂ ਇਹ ਅਧਰੰਗੀ ਨੂੰ ਕਹਿਣਾ ਜਿਹੜਾ ਬਚਪਨ ਤੋਂ ਚੱਲਿਆ ਨਹੀਂ ਕਿ ਉੱਠ ਆਪਣੀ ਮੰਜੀ ਖੁਦ ਚੁੱਕ ਔਰ ਤੁਰ ਕੇ ਆਪਣੇ ਘਰ ਚਲਾ ਜਾ। ਔਰ ਬਾਈਬਲ ਕਹਿੰਦਾ ਉਸੇ ਘੜੀ ਉਹ ਅਧਰੰਗੀ ਉੱਠਿਆ, ਆਪਣੀ ਮੰਜੀ ਚੁੱਕੀ ਔਰ ਘਰ ਚਲਾ ਗਿਆ। ਬੋਲੋ ਹਾਲੇਲੂਇਆ, ਹਾਲੇਲੂਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਯਿਸੂ ਮਸੀਹ ਨੇ ਉਹਨੂੰ ਪਹਿਲਾਂ ਨਹੀਂ ਆਖਿਆ ਕਿ ਆਪਣੀ ਮੰਜੀ ਚੁੱਕ ਤੇ ਉੱਠ ਤੋਰੇ ਤੇ ਘਰ ਚਲਾ ਜਾ। ਯਿਸੂ ਮਸੀਹ ਨੇ ਪਹਿਲਾਂ ਉਹਦੇ ਪਾਪ ਮਾਫ ਕੀਤੇ। ਕਾਰਨ ਉਹਦੇ ਅਧਰੰਗ ਹੋਣੇ ਦਾ ਕਾਰਨ ਪਤਾ ਕੀ ਸੀ? ਉਹਦਾ ਪਾਪ। ਪਾਪ ਦੇ ਕਾਰਨ ਉਹ ਅਧਰੰਗੀ ਸੀਗਾ, ਪਾਪ ਦੇ ਕਾਰਨ ਉਹ ਚੱਲਣ ਤੋਂ ਅਸਮਰਥ ਸੀਗਾ। ਅੱਜ ਵੀ ਇਨਸਾਨ ਆ, ਪਾਪ ਦੇ ਕਾਰਨ ਅਸੀਂ ਵੱਧ ਨਹੀਂ ਪਾ ਰਹੇ, ਪਾਪ ਦੇ ਕਾਰਨ ਅਸੀਂ ਸਕਸੈਸਫੁਲ ਨਹੀਂ ਹੋ ਪਾ ਰਹੇ, ਪਾਪ ਦੇ ਕਾਰਨ ਅਸੀਂ ਹੱਥ ਗਾਂ ਨੂੰ ਪਾਉਂਦੇ ਆ ਤੇ ਹੁੰਦਾ ਪਛਾਣ ਨੂੰ। ਕਾਰਨ ਇਹ ਹੋਇਆ, ਕਾਰਨ ਤੁਹਾਡੀ ਘੱਟ ਸਟੱਡੀ ਨਹੀਂ ਹੈ, ਕਾਰਨ ਇਹ ਨਹੀਂ ਹੈ ਕਿ ਤੁਹਾਡੇ ਮੰਮੀ ਪਾਪਾ ਨੇ ਤੁਹਾਨੂੰ ਪੜਾਇਆ ਨਹੀਂ, ਕਾਰਨ ਇਹ ਆ ਬਹੁਤ ਵੱਡਾ ਪਾਪ ਹੈ ਸਾਡੀ ਜ਼ਿੰਦਗੀ 'ਚ ਜਿਹਦੇ ਕਾਰਨ ਅਸੀਂ ਸਕਸੈਸਫੁਲ ਨਹੀਂ ਹੋ ਪਾ ਰਹੇ। ਸਾਡਾ ਵੀ ਟਾਈਮ ਸੀਗਾ ਜਦੋਂ ਪਾਪ ਉਸ ਜ਼ਿੰਦਗੀ ਦੇ ਵਿੱਚ ਸੀਗਾ, ਇਵਨ ਤੱਕ ਬੁਰਾ ਦੇਖਣਾ ਵੀ ਪਾਪ ਹੈ। ਬਾਈਬਲ ਕਹਿੰਦਾ ਜਦੋਂ ਇੱਕ ਪਰਸਨ ਇੱਕ ਇਸਤਰੀ ਨੂੰ ਬੁਰੀ ਇੱਛਾ ਦੇ ਨਾਲ ਦੇਖ ਲੈਂਦਾ ਔਰ ਆਪਣੇ ਮਨ 'ਚ ਉਹਦੇ ਪ੍ਰਤੀ ਵਿਚਾਰ ਲੈ ਕੇ ਆਂਦਾ, ਵੀ ਪ੍ਰੈਕਟੀਕਲ ਉਹਦੇ ਨਾਲ ਉਦਾਂ ਕਰ ਲੈਂਦਾ ਆ, ਇਹ ਪਾਪ ਹੈ।
ਅੱਜ ਵੀ ਇਨਸਾਨ ਜਿਹੜਾ ਆਤਮਿਕ ਤੌਰ ਤੇ ਅਧਰੰਗੀ ਆ, ਪਾਪ ਦੇ ਕਾਰਨ ਵੱਧ ਨਹੀਂ ਪਾ ਰਿਹਾ ਆ, ਪਰਮੇਸ਼ਵਰ ਦੇ ਕੋਲ ਨਹੀਂ ਜਾ ਪਾ ਰਿਹਾ, ਪਰਮੇਸ਼ਵਰ ਦੇ ਨਜ਼ਦੀਕ ਨਹੀਂ ਜਾ ਪਾ ਰਿਹਾ। ਬਾਈਬਲ ਨੂੰ ਪੜ੍ਹ ਰਿਹਾ ਪਰ ਉਹਦੀਆਂ ਆਸ਼ੀਸ਼ਾਂ ਜੋ ਬਾਈਬਲ ਚ ਲਿਖੀਆਂ ਧਰਮੀ ਬੰਦੇ ਦੇ ਲਈ ਉਹਦੀ ਜ਼ਿੰਦਗੀ ਚ ਨਜ਼ਰ ਨਹੀਂ ਆ ਰਹੀਆਂ। ਮੈਂ ਅਗਰ ਤੁਹਾਡੇ ਸਾਹਮਣੇ ਆ ਤੇ ਖੁਦਾਵੰਦ ਦੀ ਬਹੁਤ ਵੱਡੀ ਕਿਰਪਾ ਔਰ ਬਾਈਬਲ ਦੀਆਂ ਜਿੰਨੀਆਂ ਬਰਕਤਾਂ ਆ ਮੇਰੀ ਜ਼ਿੰਦਗੀ ਚ ਵੀ ਪ੍ਰੈਕਟੀਕਲ ਨਾ ਬੋਲੋ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਬਾਈਬਲ ਨੂੰ ਪੜ੍ਹਨਾ ਕਾਫੀ ਨਹੀਂ ਹੈ, ਜਿਹਦੇ ਵਿੱਚ ਲਿਖਿਆ ਦਿਖਣਾ ਚਾਹੀਦਾ ਹੈ ਪਰਸਨ ਦੀ ਜ਼ਿੰਦਗੀ ਦੇ ਵਿੱਚ ਵੀ ਪ੍ਰੈਕਟੀਕਲ ਪਤਾ ਹੋਣਾ ਚਾਹੀਦਾ। ਤੁਸੀਂ ਚੱਲਦੀ ਫਿਰਦੀ ਬਾਈਬਲ ਆ, ਬਾਈਬਲ ਕਹਿੰਦਾ ਤੁਸੀਂ ਪਰਮੇਸ਼ਵਰ ਦੀਆਂ ਜਿਉਂਦੀਆਂ ਕੀ ਹੈ ਚਿੱਠੀਆਂ ਆ, ਜੋ ਬਾਈਬਲ ਪੜ੍ਹਦੇ ਨਾਲ ਪਤਾ ਹੈ ਜਿਉਂਦੀਆਂ ਚਿੱਠੀਆਂ। ਔਰ ਮੈਂ ਤੁਹਾਨੂੰ ਯਿਸੂ ਮਸੀਹ ਦੇ ਬਾਰੇ ਦੱਸਦਾ ਪਿਆ ਹਾਂ। ਅਗਰ ਪਰਸਨਲੀ ਤੁਸੀਂ ਮੈਨੂੰ ਮਿਲੋਗੇ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ, ਮੇਰੇ ਗੱਲਬਾਤ ਕਰਨ ਤੋਂ ਮੇਰੇ ਨਾਲ ਮਿਲਣ ਤੋਂ ਤੁਹਾਨੂੰ ਉਸੇ ਤਰ੍ਹਾਂ ਪਤਾ ਲੱਗ ਜਾਣਾ ਹੈ ਕਿ ਯਿਸੂ ਮਸੀਹ ਕੌਣ ਹੈ। ਬਾਈਬਲ ਕਹਿੰਦਾ ਉਹ ਅਧਰੰਗੀ ਪਾਪ ਦੇ ਕਾਰਨ ਅਧਰੰਗੀ ਸੀਗਾ, ਜਿਹੜਾ ਬਚਪਨ ਤੋਂ ਚੱਲ ਹੀ ਨਹੀਂ ਪਾਇਆ ਸੀਗਾ। ਯਿਸੂ ਮਸੀਹ ਨੇ ਕਿਹਾ ਬ੍ਰਦਰ ਤੇਰੇ ਪਾਪ ਮਾਫ ਨੇ, ਉੱਠ ਆਪਣੀ ਮੰਜੀ ਚੁੱਕ ਕੇ ਚੱਲਿਆ ਜਾ। ਬਾਈਬਲ ਕਹਿੰਦਾ ਉਸੇ ਘੜੀ ਨੂੰ ਉੱਠ ਖੜਾ ਹੋਇਆ। ਅੱਜ ਵੀ ਇਸੇ ਰੀਤੀ ਦਾ ਨਾਮ ਹੈ। ਲੋਕ ਜੋ ਬਲੇਸਿੰਗ ਸੇ ਚਾਹਤੇ हैं ਉਹਨਾਂ ਨੂੰ ਮਿਲ ਨਹੀਂ ਰਹੀ, ਕਾਰਨ ਪਾਪ ਹੈ, ਕਾਰਨ ਨਸ਼ਾ ਹੈ, ਕਾਰਨ ਗਲਤ ਸੋਚ ਆ, ਗਲਤ ਵਿਚਾਰ ਆ, ਜਿਹਦੇ ਕਾਰਨ ਬਰਕਤਾਂ ਤੋਂ ਦੂਰ ਹੈ। ਬਾਈਬਲ ਕਹਿੰਦਾ ਕੱਲ ਦੇ ਲਈ ਚਿੰਤਾ ਨਾ ਕਰੋ। ਜਿਹੜਾ ਧਰਮੀ ਬੰਦਾ ਉਹਦੇ ਲਈ ਕੱਲ ਖੁਦ ਚਿੰਤਾ ਕਰਦਾ ਹੈ ਕਿ ਧਰਮੀ ਬੰਦੇ ਦੇ ਲਈ ਅਰੇਂਜਮੈਂਟ ਕਿੱਥੋਂ ਕਰਨਾ ਹੈ। ਬੋਲੋ ਹਾਲੇਲੂਇਆ 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 ਹਾਲੇਲੂਇਆ। ਕਹਿੰਦੇ ਇੱਕ ਪਵਿੱਤਰ ਆਤਮਾ ਦੇ ਦੁਆਰਾ ਦੀ ਕੋਖ ਚ ਬੱਚਾ ਆਏਗਾ, ਜਨਮ ਲਏਗਾ, ਤਾਂ ਨਾਮ ਕੀ ਰੱਖਣਾ? ਯਿਸੂ ਰੱਖਣਾ। ਕਾਰਨ ਉਹ ਆਪਣੇ ਲੋਕਾਂ ਨੂੰ ਪਾਪਾਂ ਤੋਂ ਕੀ ਕਰੇਗਾ? बचावेगा, आजाद करेगा, छुड़ाएगा। लोग अगर परेशान हैं उन्हें परेशानी तो दूर करेगा, लोग अगर इरिटेट हैं उन्हें इरिटेशन को दूर करेगा, गरीब हैं उन्हें गरीबी को दूर करेगा, बीमार हैं उन्हें बीमारी को दूर करेगा। ओ यीशु मसीह इस धरती के ऊपर आएगा। बोलो हालेलुया हालेलुया हालेलुया। यीशु मसीह जन्म ले चुके हैं, धरती के ऊपर आ चुके, ਤੁਹਾਡੇ ਮੇਰੇ ਤੱਕ ਕਲਾਮ ਦੀਆਂ ਗੱਲਾਂ ਪਹੁੰਚਾ ਚੁੱਕੇ। ਅੱਜ ਤੋਂ 2000 ਸਾਲ 2020 ਸਾਲ ਪਹਿਲਾਂ ਆ ਚੁੱਕੇ, ਉਹ ਕੰਮ ਕਰ ਚੁੱਕੇ। ਅੱਜ ਬਾਈਬਲ ਕਹਿੰਦਾ ਮੈਂ ਕਲਮ ਦੇ ਵਿੱਚ ਉਹਨਾਂ ਨੇ ਜਨਮ ਲਿਆ ਤੇ ਚਪਲੀ ਦੇ ਵਿੱਚ। ਔਰ ਅੱਜ ਜ਼ਰੂਰਤ ਕੀ ਹੈ ਯਿਸੂ ਮਸੀਹ ਨੂੰ ਆਪਣੇ ਅੰਦਰ ਬੁਲਾਉਣ ਦੀ ਕਿ ਪ੍ਰਭੂ ਮੇਰੇ ਦਿਲ 'ਚ ਵੀ ਜਨਮ ਲਓ। ਹਾਲੇਲੂਇਆ ਹਾਲੇਲੂਇਆ। ਅੱਜ ਪ੍ਰਾਰਥਨਾ ਕਰਨ ਦੀ ਜ਼ਰੂਰਤ ਆ ਖੁਦਾਵੰਦ ਪਵਿੱਤਰ ਆਤਮਾ ਦੇ ਦੁਆਰਾ ਮੇਰੀ ਜ਼ਿੰਦਗੀ 'ਚ ਵੀ ਜਨਮ ਲਓ। ਜਿੱਦਾਂ ਪਵਿੱਤਰ ਆਤਮਾ ਦੇ ਦੁਆਰਾ ਤੁਸੀਂ ਮਰੀਮ ਦੇ ਦੁਆਰਾ ਜਨਮ ਲਿਆ, ਅੱਜ ਮੇਰੇ ਦੁਆਰਾ ਲਓ। ਕਿਉਂਕਿ ਪਾਪ ਤੋਂ ਆਜ਼ਾਦ ਆਪਣੇ ਜ਼ੋਰ ਦੇ ਨਾਲ ਬੰਦਾ ਹੋ ਨਹੀਂ ਸਕਦਾ। ਨਸ਼ੇ ਨੂੰ ਛੱਡ ਸਕਦਾ ਹੈ ਆਪਣੇ ਜ਼ੋਰ ਦੇ ਨਾਲ ਸਿਰਫ 10-15 ਦਿਨਾਂ ਦੇ ਲਈ। ਪਾਪ ਨੂੰ ਛੱਡ ਸਕਦਾ ਹੈ 5-7 ਦਿਨਾਂ ਦੇ ਲਈ। ਬੁਰਾ ਦੇਖਣਾ ਛੱਡ ਸਕਦਾ ਹੈ ਹਮੇਸ਼ਾ ਦੇ ਲਈ। ਹਮੇਸ਼ਾ ਦੇ ਲਈ ਉਦੋਂ ਹੀ ਆਜ਼ਾਦ ਹੁੰਦਾ ਬੰਦਾ ਜਿਹਨੂੰ ਯਿਸੂ ਆਜ਼ਾਦ ਕਰਦਾ ਹੈ। ਬੋਲੋ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਅੱਜ ਜ਼ਰੂਰਤ ਹੈ ਯਿਸੂ ਮਸੀਹ ਨੂੰ ਆਪਣੇ ਦਿਲ ਦੇ ਵਿੱਚ ਬੁਲਾਉਣ ਦੀ। ਆइए अपनी ਅੱਖਾਂ ਨੂੰ ਬੰਦ ਕਰੀਏ।